ਇਹ ਮੇਰਾ ਦਰਵਾਜ਼ਾ ਹੀ ਸਰਬਜੀਤ ਨੇ ਭੰਨਿਆ ਜੀ, ਜਿਹੜੀ ਵਾਈਫ ਨੇ ਭੰਨਿਆ ਜੀ। ਕੀ ਰੌਲਾ? ਮੈਂ ਵੂਮੈਨ ਸੈੱਲ ਚੋਂ ਜੀ 4-5 ਵਾਰੀ ਦਾ ਮੈਂ ਫੈਸਲੇ ਕਰਕੇ ਹੀ ਲਿਆ ਜੀ ਉੱਥੋਂ ਜੀ। ਉਸ ਤੋਂ ਬਾਅਦ 'ਚ ਬਸੀ ਨਹੀਂ ਹੈਗੀ ਬਿਲਕੁਲ ਵੀ। ਉਸ ਤੋਂ ਬਾਅਦ 'ਚ ਮੈਨੂੰ ਸਰਪੰਚ ਬਾਰੇ ਪਤਾ ਲੱਗਿਆ ਸੀ ਕਿ ਇਹਨਾਂ ਦੇ ਮਤਲਬ ਸੰਬੰਧ ਨਹੀਂ ਜੀ ਆਪਸ 'ਚ, ਨਜਾਇਜ਼ ਸੰਬੰਧ ਨਹੀਂ ਜੀ, ਠੀਕ ਨਹੀਂ ਜੀ। ਉਸ ਤੋਂ ਬਾਅਦ 'ਚ ਫਿਰ ਮੈਂ ਡਿਵੋਰਸ ਦਾ ਕੇਸ ਪਾਇਆ ਜੀ। ਤੁਹਾਡੇ ਤੇ ਨਜਾਇਜ਼ ਸੰਬੰਧਾਂ ਦੇ ਇਲਜ਼ਾਮ ਲਾਉਂਦੇ ਆ? ਮੇਰਾ ਕੋਈ ਨਜਾਇਜ਼ ਸੰਬੰਧ ਨਹੀਂ। ਤੁਸੀਂ ਮੇਰਾ ਬੈਕਗਰਾਉਂਡ ਦੇਖ ਸਕਦੇ ਹੋ, ਮੈਂ ਫੈਮਿਲੀ ਬੁਲਾ ਸਕਦੀ ਹਾਂ, ਹਰ ਚੀਜ਼ ਦੇਖ ਸਕਦੇ ਹੋ। ਮੈਨੂੰ ਕਿਸ ਦਾ ਡਰ ਨਹੀਂ, ਮੈਂ ਬਿਲਕੁਲ ਉਨੀ ਹੀ ਕੋਰੀ ਕਰਾ ਰਹੀ ਹਾਂ। ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ। ਜੋ ਸਾਡੇ ਮੌਜੂਦਾ ਸਰਪੰਚ ਨੇ ਇਹ ਮੇਰੇ ਬ੍ਰਦਰ ਨੇ। ਇਹ ਬ੍ਰਦਰ ਦੇ ਤੌਰ ਤੇ ਮੇਰੀ ਹੈਲਪ ਕਰਦੇ ਨੇ, ਸਰਪੰਚੀ ਦੇ ਤੌਰ ਤੇ ਮੇਰੀ ਹੈਲਪ ਕਰਦੇ ਨੇ। ਹਾਂਜੀ ਹਾਂ, ਤੋੜਦੀ ਦੀ ਵੜਦੀ ਦੀ ਸਾਰੀ ਹੈਗੀ ਹੈ ਜੀ। ਉਧਰੋਂ ਮਤਲਬ ਸੱਬਲੇ ਲੈ ਕੇ ਆਈ ਹੈ ਜੀ, ਫੜ ਕੇ ਜੀ ਸਰਪੰਚ ਦੇ ਘਰੋਂ ਜੀ। ਇਹ ਸਾਰਾ ਕਿਸ ਦੀ ਸ਼ਹਿ ਤੇ ਕਰਦੇ ਜੀ? ਇਹ ਸਰਪੰਚ ਦੀ ਸਹਿ ਤੇ ਹੈ ਜੀ। ਹਾਂਜੀ, ਜਿਹੜਾ ਮਨਪ੍ਰੀਤ ਤੇ ਪਰਵਿੰਦਰ ਜੀ, ਉਹਦੇ ਸਹਿ ਤੇ ਸਾਰਾ ਕੁਝ ਹੋ ਰਿਹਾ ਜੀ। ਉਹ ਸੱਬਲ ਦਾ ਤੁਸੀਂ ਦੇਖ ਲਿਆ ਕਿ ਸੱਬਲ ਮਾਰਦੇ, ਉਹ ਸਿਰਫ ਸੱਬਲ ਦਿਖਾਈ ਹੈ ਨਾ ਤੁਹਾਨੂੰ। ਮੈਂ ਮਾਰੀ ਆ, ਬਿਲਕੁਲ ਮਾਰੀ ਆ, ਮੈਂ ਮਾਰੂੰਗੀ, ਮੇਰਾ ਹੱਕ ਆ ਉੱਥੇ, ਮੈਂ ਮਾਰੂੰਗੀ। ਮੇਰੀ ਬੇਟੀ ਦਰ ਰੁਲ ਰਹੀ ਹੈ, ਮੈਂ ਉੱਥੇ ਸੱਬਲਾ ਮਾਰੂੰਗੀ, ਗੇਟ ਭੰਨੂਗੀ, ਸਭ ਕੁਝ ਕਰੂੰਗੀ, ਮੇਰਾ ਪੂਰਾ ਹੱਕ ਆ। ਜਿਹੜੇ ਤੁਸੀਂ ਕਹਿ ਰਹੇ ਹੋ ਜਿੱਥੋਂ ਡਿਸਪਿਊਟ ਸ਼ੁਰੂ ਹੋਇਆ ਵੀ ਤੁਹਾਡੇ ਹਸਬੈਂਡ ਦੇ ਆਪਣੀ ਭਰਜਾਈ ਨਾਲ ਰਿਲੇਸ਼ਨ ਨੇ। ਮੈਂ ਮੰਗ ਕਰਦੀ ਹਾਂ ਸਰ, ਜੋ ਮੈਨੂੰ ਮੇਰੇ ਅਲੱਗ ਰਹਿਣ ਲਈ ਇਹਨਾਂ ਨੇ ਘਰ ਦਿੱਤਾ, ਉੱਥੇ ਮੈਂ ਕਿਉਂ ਨਹੀਂ ਰਹਿ ਸਕਦੀ? ਉੱਥੋਂ ਮੈਨੂੰ ਕਿਉਂ ਕੱਢਿਆ ਗਿਆ? ਉਹ ਕਹਿੰਦੇ 1.5 ਕਮਰਾ ਦੇਣ ਨੂੰ ਤਿਆਰ ਆ। 1.5 ਕਮਰੇ ਵਿੱਚ ਤਾਂ ਮੇਰਾ 3 ਰੂਮ ਦਾ ਸਮਾਨ 1.5 ਕਮਰੇ 'ਚ ਕਿੱਥੋਂ ਆ ਜਾਊਗਾ? ਤੁਹਾਡੇ ਹਸਬੈਂਡ ਕਿੱਥੇ ਰਹਿਣਗੇ? ਹਸਬੈਂਡ ਨਾਲ ਰਹਿਣ, ਉਹਨਾਂ ਨੂੰ 1 ਕਮਰਾ ਦਿੱਤਾ ਜਾ ਰਿਹਾ ਸੀ ਆਲਰੇਡੀ। ਉਹ ਸਿੰਗਲ ਪਰਸਨ ਆ। ਮੈਂ ਆਪਣੀ ਬੇਟੀ ਦੀ ਸਟੱਡੀ ਵੀ ਦੇਖਣੀ ਆ, ਮੈਨੂੰ ਕਿਚਨ ਦੀ ਵੀ ਲੋੜ ਆ, ਮੈਨੂੰ ਵਾਸ਼ਰੂਮ ਦੀ ਲੋੜ ਆ। ਮੈਨੂੰ 2 ਕਮਰਿਆਂ 'ਚ ਮੇਰਾ ਸਮਾਨ ਨਹੀਂ ਐਡਜਸਟ ਹੋ ਰਿਹਾ। ਇਹਨਾਂ ਨੇ ਪੰਚਾਇਤ ਵਾਲਿਆਂ ਨੇ, ਮੈਂ ਕਿਤੇ 5-6 ਮਹੀਨੇ ਹੋ ਗਏ ਮੈਂ ਬਾਹਰ ਸੀ ਘਰ ਤੋਂ ਹੀ। ਇਹਨਾਂ ਨੇ 15 ਬੰਦੇ ਘਰ ਦੇ ਅੰਦਰ ਇੱਥੇ ਬਾੜ ਕੇ ਮੇਰਾ ਬਾਹਰ ਤੋੜ ਕੇ ਅੰਦਰ ਬਿਠਾ ਗਏ। ਧੱਕੇ ਨਾਲ ਬਿਠਾ ਗਏ ਜੀ, ਡੰਡੇ ਡੁੰਡੇ ਹੱਥ 'ਚ ਦੀ। ਨਹੀਂ ਇਹ ਆਪਦੀ ਇਹ ਗੁਰਦੁਆਰਾ ਸਾਹਿਬ ਕਿਉਂ ਰੱਤਾ ਕੱਟ ਰਹੀ ਹੈ ਵਿਚਾਰੀ? ਗੁਰਦੁਆਰਾ ਸਾਹਿਬ ਬਾਬਾ ਜੀ ਵੀ ਇੱਥੇ ਇਹਨਾਂ ਨੂੰ ਵਿਚਾਰੇ ਰੋਟੀ ਪਾਣੀ ਜੋ ਡਾਲੀ ਇਕੱਠੀ ਹੁੰਦੀ ਆ, ਛੋਟੀ ਜਿਹੀ ਬੱਚੀ ਇੱਥੇ ਰੋਟੀ ਪਾਣੀ ਖਾਂਦੇ ਨੇ, ਉਲਟ ਸਾਡੇ ਤੇ ਐਲੀਗੇਸ਼ਨ ਲਾਈ। ਇਹ ਮੇਰਾ ਦਰਵਾਜ਼ਾ ਹੀ ਸਰਬਜੀਤ ਨੇ ਭੰਨਿਆ ਜੀ, ਜਿਹੜੀ ਵਾਈਫ ਨੇ ਭੰਨਿਆ ਜੀ। ਕੀ ਰੌਲਾ? ਮੈਂ ਵੂਮੈਨ ਸੈੱਲ ਚੋਂ ਜੀ 4-5 ਵਾਰੀ ਦਾ ਮੈਂ ਫੈਸਲੇ ਕਰਕੇ ਹੀ ਲਿਆ ਜੀ ਉੱਥੋਂ ਜੀ। ਉਸ ਤੋਂ ਬਾਅਦ 'ਚ ਬਸੀ ਨਹੀਂ ਹੈਗੀ ਬਿਲਕੁਲ ਵੀ। ਉਸ ਤੋਂ ਬਾਅਦ 'ਚ ਮੈਨੂੰ ਸਰਪੰਚ ਬਾਰੇ ਪਤਾ ਲੱਗਿਆ ਸੀ ਕਿ ਇਹਨਾਂ ਦੇ ਮਤਲਬ ਸੰਬੰਧ ਨਹੀਂ ਜੀ ਆਪਸ 'ਚ, ਨਜਾਇਜ਼ ਸੰਬੰਧ ਨਹੀਂ ਜੀ, ਠੀਕ ਨਹੀਂ ਜੀ। ਉਸ ਤੋਂ ਬਾਅਦ 'ਚ ਫਿਰ ਮੈਂ ਡਿਵੋਰਸ ਦਾ ਕੇਸ ਪਾਇਆ ਜੀ। ਕਦੋਂ ਪਾਇਆ ਡਿਵੋਰਸ ਦਾ ਕੇਸ ਨੂੰ ਜੀ ਹੋ ਗਏ 2 ਸਾਲ ਹੋ ਗਏ ਜੀ ਪਾਏ ਨੂੰ। ਪਟਿਆਲੇ ਚੱਲ ਰਿਹਾ ਕੇਸ ਜੀ। ਤੁਹਾਡੇ ਚ ਹੋਈ ਹੈ ਹੀਅਰਿੰਗ ਹੋਈ ਹੈ? ਇਹ ਨਹੀਂ, ਬਿਲਕੁਲ ਨਹੀਂ ਹੋਈ। ਅੱਛਾ। ਹਾਂਜੀ ਹਾਂ, ਇਹਨਾਂ ਨੇ ਪੰਚਾਇਤ ਵਾਲਿਆਂ ਨੇ, ਮੈਂ ਕਿਤੇ 5-6 ਮਹੀਨੇ ਹੋ ਗਏ ਜੀ ਮੈਂ ਬਾਹਰ ਸੀ ਘਰ ਤੋਂ ਹੀ। ਇਹਨਾਂ ਨੇ 15 ਬੰਦੇ ਘਰ ਦੇ ਅੰਦਰ ਇੱਥੇ ਬਾੜ ਕੇ ਮੇਰਾ ਬਾਹਰ ਤੋੜ ਕੇ ਅੰਦਰ ਬਿਠਾ ਗਏ। ਧੱਕੇ ਨਾਲ ਬਿਠਾ ਗਏ ਜੀ, ਡੰਡੇ ਡੁੰਡੇ ਹੱਥ 'ਚ ਦੀ। ਮੈਨੂੰ ਮੇਰੇ ਕੋਲੇ ਫੋਨ ਗਿਆ ਜੀ ਪਟਿਆਲੇ, ਕਹਿੰਦੇ ਡੰਡੇ ਡੁੰਡੇ ਲੈ ਕੇ 15-20 ਬੰਦੇ ਬਣੇ, ਕਹਿੰਦੇ ਤੇਰਾ ਦਰਵਾਜ਼ਾ ਤੋੜ ਕੇ ਅੰਦਰ ਬਿਠਾ ਗਏ। ਕੋਰਟ 'ਚ ਕੇਸ ਪਾਏ ਨੂੰ ਕਿੰਨਾ 2 ਸਾਲ? 2 ਸਾਲ ਹੋ ਗਏ ਚੱਲਦੇ ਨੇ। ਪੇਸ਼ੀ ਤੇ ਜਾਂਦੇ ਆ? ਪੇਸ਼ੀ ਤੇ ਮੈਂ ਜਾਂਦਾ ਜੀ, ਇਹ ਤਾਂ ਗਈ ਨਹੀਂ, ਇੱਕ ਵਾਰੀ ਵੀ ਨਹੀਂ ਗਈ ਹੈਗੀ। ਹਾਂਜੀ, ਸੰਮਣ ਵੀ ਹਾਂਜੀ ਭੇਜੇ ਸੀ ਇਹਨਾਂ ਕੋਲ ਜੀ, ਮੈਂ ਵੀ ਭੇਜੀ ਸੀ ਸੰਮਣ ਜੀ, ਬਿਲਕੁਲ ਨਹੀਂ ਆਈ ਹੈਗੀ। ਕਦੋਂ 2 ਸਾਲ 'ਚ ਕੋਈ ਸੁਣਵਾਈ ਨਹੀਂ? ਜਦੋਂ ਕਿ ਜੇ ਲੇਡੀਜ਼ ਹੁੰਦੀ ਤਾਂ ਨਾਲ ਦੇ ਨਾਲ ਸੁਣਵਾਈ ਹੁੰਦੀ ਆ, ਤੁਹਾਡੀ ਕੋਈ ਸੁਣਵਾਈ ਨਾ ਜੀ, ਕੋਈ ਸੁਣਵਾਈ ਨਹੀਂ ਹੈਗੀ ਜੀ। ਆ ਪਰਸੋਂ ਜੋ ਉੱਥੇ ਹੀ ਜਿੱਦਣ ਤਰੀਕ ਨੂੰ ਆਹ ਜੀ ਬਾਰ ਤੋੜਿਆ ਜੀ, ਮੈਂ ਅੰਦਰ ਸੁੱਤਾ ਪਿਆ ਸੀ ਸਮਾਂ ਦੀ, ਇਹ ਬਾਰ ਤੋੜਨ ਲੱਗੇ ਸਮੇਂ ਮੇਰੇ ਰਾੜ ਲੱਗੀ ਸੀ ਮਾਰਨ ਜੀ। ਆ ਉਹ ਮੂਵੀ ਕੱਢ। ਹਾਂਜੀ ਹਾਂ, ਸਰਪੰਚ ਦੇ ਕਦੋਂ ਸਾਰੀ ਤੋੜਦੇ? ਹਾਂਜੀ ਹਾਂ, ਤੋੜਦੀ ਦੀ ਵੜਦੀ ਦੀ ਸਾਰੀ ਹੈਗੀ ਹੈ ਜੀ। ਉਧਰੋਂ ਮਤਲਬ ਸੱਬਲੇ ਲੈ ਕੇ ਆਈ ਹੈ ਜੀ, ਫੜ ਕੇ ਜੀ ਸਰਪੰਚ ਦੇ ਘਰੋਂ ਜੀ। ਇਹ ਸਾਰਾ ਕਿਸ ਦੀ ਸ਼ਹਿ ਤੇ ਕਰਦੇ ਜੀ? ਇਹ ਸਰਪੰਚ ਦੀ ਸਹਿ ਤੇ ਹੈ ਜੀ। ਹਾਂਜੀ, ਜਿਹੜਾ ਮਨਪ੍ਰੀਤ ਤੇ ਪਰਵਿੰਦਰ ਜੀ, ਉਹਦੇ ਸਹਿ ਤੇ ਸਾਰਾ ਕੁਝ ਹੋ ਰਿਹਾ ਜੀ।
ਜਿੰਨੇ ਵੀ ਇਹਦੇ ਨਾਲ ਨੇ 15-16 ਬੰਦੇ ਜੀ ਉਹਨਾਂ ਸਹਿ ਹੋ ਰਹੇ ਸਾਰਾ ਕੁਝ ਜੀ। ਪੁਲਿਸ ਵੱਲੋਂ ਤੁਹਾਨੂੰ ਕਈ ਵਾਰੀ ਬੁਲਾਇਆ, ਉੱਥੇ ਕੀ ਫੈਸਲਾ ਹੋਇਆ? ਸਾਡਾ ਹੀ ਆ ਹੁਣ ਸਮਝੌਤਾ ਹੋ ਗਿਆ ਸੀ, ਚਲੋ ਜੀ ਘਰ ਦੇ ਵਿੱਚ ਕਮਰੇ ਨਹੀਂ, ਚਲੋ 1.5 ਕਮਰਾ ਉਹਨੂੰ ਮਿਲ ਜੂ, 1.5 ਮੈਨੂੰ ਮਿਲ ਜੂਗਾ ਜੀ। ਰਾਜੀਨਾਮਾ ਹੋ ਗਿਆ ਸੀ ਦੂਏ ਦਿਨ, ਇਹਨਾਂ ਨੇ ਕਿਹਾ ਸਾਡੇ ਕੋਲ ਰਾਜੀਨਾਮਾ ਕੋਈ ਵੀ ਨਹੀਂ ਹੈਗਾ। ਅੱਛਾ, ਹਾਂਜੀ ਹਾਂ, ਤੇ ਰਿਟਰਨ ਤੁਹਾਨੂੰ ਦਿੱਤਾ ਸੀ? ਰਿਟਰਨ ਦਿੱਤਾ, ਲਿਖ ਕੇ ਦਿੱਤਾ ਜੀ ਇਹਨਾਂ ਨੇ, ਲਿਖ ਕੇ ਸਾਈਨ ਹੋਏ ਹੋਏ ਨਹੀਂ ਸਾਡੇ ਕੋਲ, ਪ੍ਰੂਫ ਵੀ ਪਏ ਨੇ। ਪਰ ਹੁਣ ਕਿਉਂ ਮੁੱਕਰ? ਮੁੱਕਰ ਹੀ ਕਹਿੰਦਾ ਸਾਡਾ ਕੋਈ ਫੈਸਲਾ ਨਹੀਂ ਹੈਗਾ ਜੀ, ਅਸੀਂ ਸਮਝੌਤਾ ਕੋਈ ਨਹੀਂ ਹੈਗਾ ਇਹ ਜੀ। ਕਿਹਨੇ ਮੁਕਰਾਇਆ? ਸਰਪੰਚ ਨੇ ਜੀ। ਜਿਹੜਾ ਹੈਗਾ ਤੁਹਾਡੀ ਘਰ ਵਾਲੀ ਦਾ ਕੋਈ ਪਰਿਵਾਰਕ ਮੈਂਬਰ? ਕਿਹਦਾ ਜੀ? ਤੁਹਾਡੀ ਵਾਈਫ ਦਾ ਕੋਈ ਤੁਹਾਡੇ ਸਹੁਰਿਆਂ 'ਚ ਕੋਈ ਨਹੀਂ ਕੋਈ ਵੀ ਨਹੀਂ ਆਉਂਦਾ ਜੀ ਉਹਦੇ ਨਾਲ ਤਾਂ ਜੀ, ਕੋਈ ਤਾਂ ਕੋਈ ਵੀ ਨਹੀਂ ਆਇਆ ਜੀ। ਕੋਈ ਨਹੀਂ ਆ ਰਿਹਾ? ਹਾਂਜੀ ਹਾਂ, ਫਿਰ ਗੁਰਦੁਆਰੇ 'ਚ ਕਿਹਨੇ ਬਿਠਾਈ ਹੈ? ਗੁਰਦੁਆਰੇ ਦਾ ਜੀ ਇਹ ਤਾਂ ਸਰਪੰਚ ਨੇ ਬਿਠਾਈ ਹੈ, ਜਿਹੜਾ ਪਰਮਿੰਦਰ ਹੈ। ਹਾਂਜੀ ਹਾਂ, ਉਹਨਾਂ ਨੇ ਬਿਠਾਈ ਹੈ ਜੀ। ਉਹੀ ਧੱਕਾ ਕਰ ਰਿਹਾ। ਹਾਂ, ਸ਼ਾਮ ਸਵੇਰੇ ਤਾਂ ਰਹਿੰਦੀ ਹੈ ਜੀ ਉਰੇ ਇਹਨਾਂ ਦੇ ਘਰੇ ਹੀ ਸਰਪੰਚ ਦੇ, ਤੇ ਸ਼ਾਮ ਨੂੰ ਬਿਠਾਉਂਦੇ ਨੇ ਉੱਧਰ ਹੀ। ਹਾਂਜੀ ਹਾਂ, ਬੱਚਾ ਵੀ ਆ? ਬੱਚਾ ਜੀ ਇੱਕ, ਹਾਂ ਕੁੜੀ ਹੈ ਜੀ ਇੱਕ, 6 ਸਾਲ ਦੀ ਕੁੜੀ ਹੈ ਜੀ। ਉਹ ਨਾਲ ਹੀ ਝੂਠੇ ਮੁਕੱਦਮੇ ਪਟਿਆਲੇ ਪਾਉਂਦੀ, ਕਦੇ ਕਿਤੇ ਰਿਪੋਰਟਾਂ ਆਈ, ਕਦੇ ਕਹਿੰਦੇ ਕੁੱਟ ਮਾਰਦਾ ਕਰਿਆ, ਇਹਨੇ ਮੈਨੂੰ ਡੰਡਿਆਂ ਨਾਲ ਕੁੱਟਿਆ, ਕਦੇ ਨਹੀਂ ਕੁੱਟਿਆ ਜੀ, ਬਿਲਕੁਲ ਵੀ ਸੀ। ਤੇ ਸਾਹਮਣੇ ਜੀ ਸੀਸੀ ਕੈਮਰੇ ਲੱਗੇ ਹੋਏ ਨਹੀਂ, ਬਿਲਕੁਲ ਹੀ। ਹਾਂ, ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਇਨਸਾਫ ਦੀ ਮੰਗ ਰਹੇ ਹਾਂ ਘਰ ਜੀ, ਇਨਸਾਫ ਹੋਣਾ ਚਾਹੀਦਾ ਜੀ ਮੇਰੇ ਨਾਲ ਹੀ। ਮੇਰੇ ਸਾਰੇ ਪਰਿਵਾਰ ਦੇ ਜੀ, ਮੈਨੂੰ ਜਦੋਂ ਮੇਰੇ ਹਸਬੰਡ ਨੇ ਮੇਰੇ ਨਾਲ ਫੋਨ ਤੇ ਰਿਲੇਸ਼ਨ ਕੀਤੇ ਕਿ ਹਾਂ ਤੂੰ ਬਹੁਤ ਚੰਗੀ ਆ, ਤੇਰੀ ਫੈਮਿਲੀ ਨੂੰ ਮੈਂ ਦੇਖਣਾ ਪਸੰਦ ਨਹੀਂ ਕਰਦਾ, ਤੂੰ ਜਦੋਂ ਮਰਜ਼ੀ ਆ ਸਕਦੀ ਹੈ। ਤੇ ਮਾੜੇ ਟਾਈਮ 'ਚ ਤਾਂ ਇੱਥੇ ਆਉਣਾ ਚਾਹੀਦਾ ਹੈਗਾ। ਮਾੜੇ ਟਾਈਮ 'ਚ ਸਰ ਜਦੋਂ ਮੈਂ ਫੋਨ ਕਰੂੰਗੀ ਉਹ ਆਲਰੇਡੀ ਹਾਜ਼ਰ ਨੇ, ਮੈਂ ਉਹਨਾਂ ਨੂੰ ਫੋਨ ਨਹੀਂ ਕਰਦੀ। ਮੈਂ ਇਹਨਾਂ ਦਾ ਹਮੇਸ਼ਾ ਕਹਿਣਾ ਹੁੰਦਾ ਕਿ ਜਦੋਂ ਇਹਦੀ ਫੈਮਿਲੀ ਆਉਂਦੀ ਆ ਇਹ ਇੱਥੋਂ ਚਲੀ ਜਾਂਦੀ ਆ, ਇਹਦੀ ਫੈਮਿਲੀ ਇਹਦਾ ਘਰ ਨਹੀਂ ਬਸਣ ਦਿੰਦੀ। ਪਰਸੋਂ ਕੋਈ ਥਾਣੇ 'ਚ ਸਮਝੌਤਾ ਵੀ ਕੀਤਾ ਸੀ, ਤੁਹਾਡੇ ਸਾਈਨ? ਮੇਰੇ ਸਾਈਨ ਵੀ ਹੋਇਆ 2 ਦਿਨ ਪਹਿਲਾਂ, ਇਹਨਾਂ ਦੇ ਸਾਈਨ ਵੀ ਹੋਇਆ। ਇਹਨਾਂ ਨੇ ਕਿਹਾ ਕਿ SHO ਸਾਹਿਬ ਨੂੰ ਕਿ ਇਹਦੇ ਫਾਦਰ ਸਾਹਿਬ ਨੂੰ ਬੁਲਾਓ, ਇਹਦੀ ਫੈਮਿਲੀ ਨੂੰ ਬੁਲਾਓ, ਅਸੀਂ ਮੈਟਰ ਸੋਲਵ ਕਰਦੇ ਹਾਂ। ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਨਾਲ ਉਹਨਾਂ ਦਾ ਕਾਫੀ ਮਹੀਨਿਆਂ ਤੋਂ ਮੇਰੇ ਨਾਲ ਕੋਈ ਉਹਨਾਂ ਦੀ ਗੱਲਬਾਤ ਨਹੀਂ ਹੋ ਰਹੀ, ਮੇਰੇ ਫੈਮਿਲੀ ਵਾਲੇ ਨਾ, ਤੁਸੀਂ ਸਰਪੰਚ ਸਾਹਿਬ ਤੋਂ ਨੰਬਰ ਲੈ ਲਓ, ਮੇਰੀ ਫੈਮਿਲੀ ਨੂੰ ਬੁਲਾ ਲਓ ਕਿ ਸੈਂਟੀ ਨੇ ਤੇਰੇ ਤੇ ਡਿਵੋਰਸ ਕੇਸ ਲਾਇਆ ਹੋਇਆ। ਮੈਂ ਕਿਹਾ ਚਾਚੀ ਜੀ ਮੇਰੇ ਤੱਕ ਕੋਈ ਲੈਟਰ ਨਹੀਂ ਪਹੁੰਚੀ, ਜੋ ਮੈਂ ਅੱਜ ਤੱਕ ਪੁੱਛ ਰਹੀ ਹਾਂ ਮੇਰੇ ਤੱਕ ਲੈਟਰ ਨਹੀਂ ਪਹੁੰਚੀ, ਮੇਰੇ ਤੱਕ ਕੋਈ ਲੈਟਰ ਨਹੀਂ ਪਹੁੰਚੀ। ਮੈਂ ਕੀ ਰੋਲ ਹੈ ਜੀ, ਤੁਸੀਂ ਹੁਣ ਕੀ ਮੰਗ ਕਰਦੇ ਹੋ? ਕਦੋਂ ਮੈਂ ਮੰਗ ਕਰਦੀ ਹਾਂ ਸਰ, ਜੋ ਮੈਨੂੰ ਮੇਰੇ ਅਲੱਗ ਰਹਿਣ ਲਈ ਇਹਨਾਂ ਨੇ ਘਰ ਦਿੱਤਾ, ਉੱਥੇ ਮੈਂ ਕਿਉਂ ਨਹੀਂ ਰਹਿ ਸਕਦੀ? ਉੱਥੋਂ ਮੈਨੂੰ ਕਿਉਂ ਕੱਢਿਆ ਗਿਆ? ਉਹ ਕਹਿੰਦੇ 1.5 ਕਮਰਾ ਦੇਣ ਨੂੰ ਤਿਆਰ ਆ। 1.5 ਕਮਰੇ ਵਿੱਚ ਤਾਂ ਮੇਰਾ 3 ਰੂਮ ਦਾ ਸਮਾਨ 1.5 ਕਮਰੇ 'ਚ ਕਿੱਥੋਂ ਆ ਜਾਊਗਾ? ਤੁਹਾਡੇ ਹਸਬੰਡ ਕਿੱਥੇ ਰਹਿਣਗੇ? ਹਸਬੈਂਡ ਨਾਲ ਰਹਿਣ, ਉਹਨਾਂ ਨੂੰ 1 ਕਮਰਾ ਦਿੱਤਾ ਜਾ ਰਿਹਾ ਸੀ ਆਲਰੇਡੀ। ਉਹ ਸਿੰਗਲ ਪਰਸਨ ਆ, ਮੈਂ ਆਪਣੀ ਬੇਟੀ ਦੀ ਸਟੱਡੀ ਵੀ ਦੇਖਣੀ ਆ, ਮੈਨੂੰ ਕਿਚਨ ਦੀ ਵੀ ਲੋੜ ਆ, ਮੈਨੂੰ ਵਾਸ਼ਰੂਮ ਦੀ ਲੋੜ ਆ, ਮੈਨੂੰ 2 ਕਮਰਿਆਂ 'ਚ ਮੇਰਾ ਸਮਾਨ ਨਹੀਂ ਐਡਜਸਟ ਹੋ ਰਿਹਾ। ਉਹ ਤੁਹਾਡੇ ਤੇ ਨਜਾਇਜ਼ ਸੰਬੰਧਾਂ ਦੇ ਇਲਜ਼ਾਮ ਲਾਉਂਦੇ ਆ। ਮੇਰਾ ਕੋਈ ਨਜਾਇਜ਼ ਸੰਬੰਧ ਨਹੀਂ। ਤੁਸੀਂ ਮੇਰਾ ਬੈਕਗਰਾਉਂਡ ਦੇਖ ਸਕਦੇ ਹੋ, ਮੈਂ ਫੈਮਿਲੀ ਬੁਲਾ ਸਕਦੀ ਹਾਂ, ਹਰ ਚੀਜ਼ ਦੇਖ ਸਕਦੇ ਹੋ, ਮੈਨੂੰ ਕਿਸ ਦਾ ਡਰ ਨਹੀਂ। ਮੈਂ ਬਿਲਕੁਲ ਓਨੀ ਹੀ ਕੋਰੀ ਕਰਾ ਰਹੀ ਹਾਂ, ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ। ਜੋ ਸਾਡੇ ਮੌਜੂਦਾ ਸਰਪੰਚ ਨੇ ਇਹ ਮੇਰੇ ਬ੍ਰਦਰ ਨੇ, ਇਹ ਬ੍ਰਦਰ ਦੇ ਤੌਰ ਤੇ ਮੇਰੀ ਹੈਲਪ ਕਰਦੇ ਨੇ, ਸਰਪੰਚੀ ਦੇ ਤੌਰ ਤੇ ਮੇਰੀ ਹੈਲਪ ਕਰਦੇ ਨੇ। ਐਲੀਗੇਸ਼ਨ ਇਹੀ ਲਾ ਰਹੇ ਨੇ। ਦੇਖੋ ਸਰ ਮੇਰੀ ਗੱਲ ਸੁਣੋ, ਜਦੋਂ ਇੱਕ ਲੇਡੀਜ਼ ਇਕੱਲੀ ਰਹਿ ਜਾਂਦੀ ਹੈ, ਜਿਹਨੂੰ ਆਪਣੇ ਪਿੰਡ ਤੋਂ ਬਾਹਰ ਨਿਕਲ ਕੇ ਆਟੋ ਕਿੱਥੋਂ ਫੜਨਾ, ਕਿੱਧਰ ਨੂੰ ਜਾਣਾ, ਜਿਸ ਲੇਡੀਜ਼ ਨੂੰ ਬਿਲਕੁਲ ਨਹੀਂ ਪਤਾ, ਉਸ ਨੂੰ ਕਿਸੇ ਦੀ ਸਪੋਰਟ ਦੀ ਜ਼ਰੂਰ ਲੋੜ ਹੁੰਦੀ ਆ। ਉਹ ਸੱਬਲ ਦਾ ਤੁਸੀਂ ਦੇਖ ਲਿਆ ਕਿ ਸੱਬਲ ਮਾਰਦੇ, ਉਹ ਸਿਰਫ ਸੱਬਲ ਦਿਖਾਈ ਹੈ ਨਾ ਤੁਹਾਨੂੰ। ਮੈਂ ਮਾਰੀ ਆ, ਬਿਲਕੁਲ ਮਾਰੀ ਆ, ਮੈਂ ਮਾਰੂੰਗੀ, ਮੇਰਾ ਹੱਕ ਆ ਉੱਥੇ, ਮੈਂ ਮਾਰੂੰਗੀ। ਮੇਰੀ ਬੇਟੀ ਦਰ ਰੋਲ ਰਹੀ ਹੈ, ਮੈਂ ਉੱਥੇ ਸੱਬਲਾਂ ਮਾਰੂੰਗੀ, ਗੇਟ ਭੰਨੂਗੀ, ਸਭ ਕੁਝ ਕਰੂੰਗੀ, ਮੇਰਾ ਪੂਰਾ ਹੱਕ ਆ। ਜਿਹੜਾ ਤੁਸੀਂ ਕਹਿ ਰਹੇ ਹੋ ਜਿੱਥੋਂ ਡਿਸਪਿਊਟ ਸ਼ੁਰੂ ਹੋਇਆ ਵੀ ਤੁਹਾਡੇ ਹਸਬੈਂਡ ਦੇ ਆਪਣੀ ਭਰਜਾਈ ਨਾਲ ਰਿਲੇਸ਼ਨ ਨੇ। ਕੋਰਟ ਦਾ ਹਲੇ ਮੈਟਰ ਆ, ਉਹਨਾਂ ਨੇ ਇੱਕ ਤਰਫਾ ਤਲਾਕ ਲਾਇਆ ਹੈ। ਜੇ ਜੋ ਵੀ ਕੋਰਟ ਫੈਸਲਾ ਕਰੂਗੀ ਉਹ ਇਹਨਾਂ ਨੂੰ ਮਨਜ਼ੂਰ ਹੋਊਗਾ, ਅਸੀਂ ਵੀ ਨਹੀਂ ਉਚਿਤ। ਸਾਡਾ ਇੱਕ ਫਰਜ਼ ਬਣਦਾ ਹੈ, ਜੇ ਪਿੰਡ ਦੇ ਵਿੱਚ ਕਿਸੇ ਵੀ ਧੀ ਭੈਣ ਨੂੰ ਕੋਈ ਪੀੜ ਪੈਂਦੀ ਆ, ਜੇ ਮੌਕੇ ਤੇ ਪੰਚਾਇਤ ਨਹੀਂ ਖੜੂ ਹੋਰ ਕੌਣ ਖੜੂਗਾ? ਕਾਂਗਰਸ ਨੂੰ ਕਰਦੇ ਆ ਜੀ। ਪਰ ਅਸੀਂ ਇਸ ਚੀਜ਼ ਨੂੰ ਕੋਈ ਪਾਰਟੀਬਾਜ਼ੀ ਨਾਲ ਨਹੀਂ ਜੋੜਦੇ ਹੈਗੇ। ਅਸੀਂ ਕਿ ਜੇ ਕਿਸੇ ਦੀ ਧੀ ਭੈਣ ਆ ਤਾਂ ਉਸ ਨੂੰ ਅਸੀਂ ਪਾਰਟੀਬਾਜ਼ੀ ਤੋਂ ਹੁਣ ਤਾਂ ਪਾਰਟੀਬਾਜ਼ੀ ਬੜੇ ਗਈ। ਹੁਣ ਤਾਂ ਆਪ ਕਹਿ ਰਹੇ ਨੇ ਵੀ ਪਾਰਟੀਬਾਜ਼ੀ ਮੈਨੂੰ ਕਾਹਨੂੰ ਪਿੱਛੇ ਦੂਜੀ ਪਾਰਟੀ ਵਾਲੇ ਚਲੋ ਉਹ ਕਰ ਰਹੇ ਨੇ ਪਾਰਟੀਬਾਜ਼ੀ, ਪਰ ਅਸੀਂ ਸਾਰੇ ਜੇ ਕਿਸੇ ਕੱਲੀ ਇਹ ਨਹੀਂ ਦੇਖੋ, ਮੈਂ ਜੇ ਅੱਜ ਵੀ ਉਹ ਕਹਿਣ ਤੂੰ ਬਾਹਰ ਹੋ ਜਾ, ਆਪਦੀ ਨੂੰਹ ਨੂੰ ਘਰੇ ਲੈ ਕੇ ਜਾਣ, ਅਸੀਂ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ। ਅਸੀਂ ਦਖਲਅੰਦਾਜ਼ੀ, ਸਾਡੇ ਵੀ ਧੀ ਵੀ ਆ, ਸਾਡੇ ਮੇਰੇ ਭੈਣ ਵੀ ਆ। ਜੇ ਅਸੀਂ ਕਿਸੇ ਧੀ ਭੈਣ ਐਵੇਂ ਧੱਕਾ ਕਰਾਂਗੇ ਫਿਰ ਪਿੰਡ ਦਾ ਪੰਚਾਇਤ ਦਾ ਕੋਈ ਫਾਇਦਾ ਨਹੀਂ। ਤਾਂ ਇਹਨੂੰ ਅਲੱਗ ਉੱਥੇ ਜਦੋਂ ਕੋਈ ਕੋਰਟ ਦਾ ਫੈਸਲਾ ਹੋਊਗਾ ਇਹਨੂੰ ਮਨਜ਼ੂਰ ਹੋਊਗਾ। ਨਹੀਂ ਇਹ ਆਪਦੀ ਇਹ ਗੁਰਦੁਆਰਾ ਸਾਹਿਬ ਕਿਉਂ ਰੱਤਾ ਕੱਟ ਰਹੀ ਹੈ ਵਿਚਾਰੀ? ਗੁਰਦੁਆਰਾ ਸਾਹਿਬ ਬਾਬਾ ਜੀ ਵੀ ਇੱਥੇ ਇਹਨਾਂ ਨੂੰ ਵਿਚਾਰੇ ਰੋਟੀ ਪਾਣੀ ਜੋ ਡਾਲੀ ਇਕੱਠੀ ਹੁੰਦੀ ਆ, ਛੋਟੀ ਜਿਹੀ ਬੱਚੀ ਇੱਥੇ ਰੋਟੀ ਪਾਣੀ ਖਾਂਦੇ ਨੇ, ਉਲਟ ਸਾਡੇ ਤੇ ਐਲੀਗੇਸ਼ਨ ਲਾਈ। 25 ਸਾਲ ਮੈਂ ਤੇ ਮੇਰਾ ਪਰਿਵਾਰ ਸਰਪੰਚੀ ਲਗਾਤਾਰ ਕਰਦਾ ਆ ਰਿਹਾ। ਇਹ ਸਾਡੀ ਨੂੰਹ ਆ, ਅਸੀਂ ਇਹਨੂੰ ਹਜ਼ਾਰਾਂ ਵਾਰੀ ਲਿਆਂਦਾ, ਕਦੇ ਲੁਧਿਆਣੇ ਸ਼ਿਮਲਾ ਬੜੀ ਥਾਣਾ ਜੀ, ਕਦੇ ਪਟਿਆਲੇ ਬੂਮੰਡਸ਼ਲ, ਕਦੇ ਭਾਰਸੋਂ। ਮਤਲਬ ਇਹਨਾਂ ਦਾ ਆਪਸ ਵਿੱਚ ਦੋਹਾਂ ਦਾ ਡਿਸਪਿਊਟ ਆ ਜੀ, ਲੜਾਈ ਝਗੜਾ।
ਅਸੀਂ ਇਹਨੂੰ ਵਸਾਉਣਾ ਚਾਹੁੰਦੇ ਹਾਂ ਵੀ ਤੂੰ ਕੁੜੀਏ ਬਸ। ਪਰ ਇਹ ਪਤਾ ਨਹੀਂ ਇਹਨਾਂ ਦਾ ਕੀ ਤਕਰਾਰ ਆ। ਇਹਦੇ ਭਾਈ ਭੈਣ ਆਉਂਦੇ ਤੇ ਮਾਂ-ਬਾਪ ਆਉਂਦੇ ਤੇ ਇਹਨੂੰ ਰਾਤ ਨੂੰ 1:30 ਵਜੇ ਤੱਕ ਵੀ ਮਾੜੀ ਜੀ ਗੱਲ ਹੋਣੀ ਇਹਨੂੰ ਲੈ ਜਾਣਾ। ਜਾਂਦੇ ਰਹੇ, ਫਿਰ ਇਹਨੂੰ ਲੈ ਗਏ ਜ਼ਿਆਦਾ। ਉਦੋਂ ਬਾਅਦ ਮੇਰੀ ਕੁੜਮਣੀ ਦਾ ਫੋਨ ਆਇਆ, ਇਹਦੀ ਸੱਸ ਦਾ। ਮੈਨੂੰ ਕਹਿੰਦੀ ਸਰਪੰਚ ਸਾਹਿਬ ਵੀ ਅਸੀਂ ਪੈਰੀਂ ਹੱਥ ਲਾਉਣ ਨੂੰ ਤਿਆਰ ਆ, ਸਾਨੂੰ ਪਤਾ ਨਹੀਂ ਸਾਡੀ ਕੁੜੀ ਵਸਾ ਲਓ। ਮੈਂ ਕਿਹਾ ਵੀ ਠੀਕ ਆ। ਮੈਂ ਇਹਨਾਂ ਨਾਲ ਗੱਲ ਕਰੀਏ, ਕਹਿੰਦੇ ਕੋਈ ਗੱਲ ਨਹੀਂ, ਜਾਂ ਗੱਲ ਬੈਠ ਕੇ ਹੋਊਗੀ ਵੀ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਇਹ 3 ਫਰਵਰੀ 2021 ਨੂੰ ਇਹ ਆ ਗਈ। ਆ ਕੇ ਸਾਡੇ ਫੋਨ 'ਤੇ ਇਹਨੇ ਫੋਨ ਲਾਇਆ, ਸਰਬਜੀਤ ਨੇ, ਸਾਡੀ ਨੂੰਹ ਨੇ। ਇਹ ਕਹਿੰਦੀ ਚਾਚਾ ਜੀ ਵੀ ਮੈਂ ਪਿੰਡ ਆ ਗਈ, ਮੈਨੂੰ ਅੰਦਰ ਬਾੜੋ। ਅਸੀਂ ਕਿਹਾ ਭਾਈ ਤੂੰ ਐਂ ਕਿਵੇਂ ਆ ਗਈ? ਤੂੰ ਆਪਦੇ ਮਾਂ-ਬਾਪ ਲੈ ਕੇ ਆ, ਕੋਈ ਹੋਰ ਲੈ ਕੇ ਆ, ਜਿਹਦੇ ਸਮਝੌਤੇ ਤਹਿਤ ਤੈਨੂੰ ਬਿਠਾਵਾਂਗੇ। ਇਹ ਆ ਕੇ ਜਦੋਂ ਇਹਨਾਂ ਨੂੰ ਮੈਂ ਫੋਨ ਕਰਿਆ, ਕਹਿੰਦੇ ਵੀ ਇਹ ਤਾਂ ਬਾਹਰ ਦੇ ਮੂਹਰੇ ਬਹਿ ਗਈ, ਆ ਕੇ ਬੈਠੀ ਰਹੀ ਜੀ। ਬੈਠਣ ਤੋਂ ਬਾਅਦ ਇਹ ਸਰਪੰਚ ਨੂੰ ਲੈ ਗਿਆ। ਮਨਪ੍ਰੀਤ ਕੌਰ ਸਰਪੰਚ ਆ ਸਾਡੇ ਪਿੰਡ ਦੀ, ਇਹਦੇ ਘਰ ਵਾਲਾ ਪਰਮਿੰਦਰ ਆ। ਉਹ ਲਿਜਾ ਕੇ ਇਹਨਾਂ ਨੇ ਦੂਏ ਦਿਨ ਕੀ ਪਲਾਨ ਕਰੀ, 15-20 ਬੰਦੇ ਸਣੇ ਪੰਚਾਇਤ ਇਹਨਾਂ ਨੇ ਜੀ ਨਾਲ ਆ ਕੇ ਉਹਨੂੰ ਲਿਆ ਕੇ ਦਰਵਾਜ਼ਾ ਤੋੜ ਕੇ ਅੰਦਰ ਵਾੜਤੀ। ਜਦੋਂ ਅੰਦਰ ਵਾੜਤੀ, ਬੈਠੀ ਰਹੀ। ਇਹ 30 ਕੁ ਦਿਨ ਇਹ ਪਰਿਵਾਰ ਛੱਡ ਕੇ ਆਪਦਾ ਪਟਿਆਲੇ ਰਹਿਣ ਲੱਗ ਗਏ। ਰਹਿੰਦੀ ਕੋਈ ਗੱਲ ਨਹੀਂ, ਬਾਤ ਨਹੀਂ। ਉਦੋਂ ਬਾਅਦ SSP ਦੇ ਜਾ ਕੇ ਅਰਜ਼ੀ ਪਾਈ ਵੀ ਮੈਂ ਤਾਂ ਜੇਠਾਂ ਨੇ ਐਂ ਕੁੱਟੀ, ਫਲਾਣਾ ਕੁੱਟੀ, ਸੱਸ ਨੇ ਕੁੱਟੀ, ਸਹੁਰੇ ਨੇ ਕੁੱਟੀ। ਉਹ ਕੰਪਲੇਂਟ ਚਲਾਉਂਦੀ ਹੈ ਨਾਲ ਬੈਠੀ। ਸਹਿ ਕਿਹਦੀ ਆ? ਪਰਮਿੰਦਰ ਦੀ। ਉਹ ਇਹਨੂੰ ਆਪਦੀ ਗੱਡੀ 'ਚ ਲਿਜਾਂਦਾ, ਗੱਡੀ 'ਚ ਲਿਜਾ ਕੇ ਖਨੀ ਕਿੱਥੇ ਲਿਜਾਂਦਾ, ਕੀ ਕਰਦਾ, ਕਿੱਥੇ ਅਰਜ਼ੀ ਪਾਉਂਦਾ। ਇਹ ਡਿਸਪਿਊਟ ਆ। ਇਹ ਗੱਲ 'ਤੇ ਇਹਨੂੰ ਗੁੱਸਾ, ਚਾਹੇ ਇਹਦਾ ਤਲਾਕ ਦਾ ਕੇਸ ਚੱਲਦਾ ਜੀ। ਪੁਲਿਸ ਨੇ ਚਲੋ ਰੌਲਾ ਚੱਲਦਾ ਰਿਹਾ ਜੀ। ਪੁਲਿਸ ਨੇ ਸਾਡਾ ਸਮਝੌਤਾ ਕਰਾਤਾ 11/7 ਨੂੰ। ਇਹ ਸਮਝੌਤਾ SHO ਸਾਹਿਬ ਨੇ ਬਹਿ ਕੇ ਸਮਝੌਤਾ ਹੋਇਆ ਜੀ। ਅਤੇ ਉਸ ਤੋਂ ਬਾਅਦ ਸਮਝੌਤਾ ਹੋ ਕੇ ਆ ਗਿਆ। ਆਉਣ ਤੋਂ ਬਾਅਦ ਜੀ ਅਸੀਂ ਕੱਲ੍ਹ ਮੈਨੂੰ SHO ਸਾਹਿਬ ਕਹਿੰਦਾ ਵੀ ਉਹਦਾ ਜਵਾਬ ਦੇ ਗਿਆ ਵੀ ਉਹ ਨਹੀਂ ਮੰਨਦਾ ਸਮਝੌਤੇ ਨੂੰ। ਇਹ ਕਹਿੰਦਾ ਪਤਾ ਇਹ ਗੱਲ ਕੀ ਕਹਿੰਦੀ ਆ ਸਾਡੀ ਨੂੰ। ਅਸੀਂ ਇਹਨੂੰ 1.5 ਕਮਰਾ ਦਿੱਤਾ 3 ਕਮਰਿਆਂ 'ਚ ਜੀ, ਵੀ ਕਮਰੇ 'ਚ ਮੈਂ ਬੈਠ ਵੀ ਜਾਵਾਂ। ਕੇਸ ਕਹਿੰਦੀ ਮੈਂ ਇੱਕ ਨਹੀਂ ਕਰੂੰਗੀ, ਸਹੁਰੇ 'ਤੇ ਵੀ ਕਰੂੰਗੀ, ਆਪਦੇ ਘਰ 'ਤੇ ਵੀ ਕਰੂੰਗੀ, ਜਠਾਣੀਆਂ ਲੱਗਦੀਆਂ ਨੇ ਉਹਨਾਂ 'ਤੇ ਵੀ ਕਰੂੰਗੀ, ਜੇਠਾਂ 'ਤੇ ਵੀ ਕਰੂੰਗੀ। ਅਸੀਂ ਇਹਨੂੰ ਇਹ ਗੱਲ ਕਹਿੰਦੇ ਹਾਂ ਵੀ ਇੱਕਣ ਤੇਰਾ ਗੁੱਡੀ ਘਰ ਨਹੀਂ ਬੈਠਣਾ, ਤੂੰ ਕੇਸ ਕਰਨੇ ਬੰਦ ਕਰ, ਤੇਰਾ ਬੈਠ ਕੇ ਖਬਰਾਂ ਗੱਲ ਬਣੇ ਜਾਵੇ। ਪਰ ਇਹ ਸਰਪੰਚ ਦੇ ਧੜੇ ਚੜੀ ਵੀ ਆ, ਉਹ ਪਾਰਟੀ ਬੇਸ 'ਤੇ, ਸਾਡੀ ਉਹਦੇ ਨਾਲ ਬਣਦੀ ਨਹੀਂ। ਇਹ ਅਜਨੌਦੇ ਪਿੰਡ ਦੇ ਵਿੱਚ ਹਸਬੈਂਡ ਵਾਈਫ ਦਾ ਝਗੜੇ ਦਾ ਹੈਗਾ ਮੈਟਰ। ਅਤੇ ਉਹਦੇ ਵਿੱਚ ਲੜਕੀ ਦਾ ਨਾਮ ਸਰਬਜੀਤ ਕੌਰ ਅਤੇ ਉਹਦੇ ਹਸਬੈਂਡ ਦਾ ਨਾਮ ਗੁਰਜੰਟ ਸਿੰਘ ਹੈਗਾ। ਇਹ ਸਾਨੂੰ ਇਤਲਾਹ ਆਈ ਸੀ ਜਿਸ ਦਿਨ ਪਹਿਲਾਂ ਇਹਨਾਂ ਦਾ ਝਗੜਾ ਹੋਇਆ, ਉਸ ਦਿਨ ਗੁਰਜੰਟ ਸਿੰਘ ਅਤੇ ਉਹਨਾਂ ਦੇ ਮਾਤਾ ਬਲਵੀਰ ਕੌਰ ਉਹਨਾਂ 'ਤੇ FIR ਲੌਜ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ ਇਹ ਦੋਵੇਂ ਪਾਰਟੀਆਂ ਥਾਣੇ ਆ ਕੇ ਇੱਕ ਪੰਚਾਇਤੀ ਰਾਜੀਨਾਮਾ ਸਾਡੇ ਪੇਸ਼ ਕਰ ਗਈਆਂ ਸੀਗੀਆਂ ਵੀ ਸਾਡਾ ਆਪਸ ਦੇ ਵਿੱਚ ਸਮਝੌਤਾ ਹੋ ਗਿਆ। ਅਤੇ ਉਸ ਤੋਂ ਬਾਅਦ ਸਾਡੇ ਕੋਲ ਇਹਨਾਂ ਦਾ ਕੋਈ ਮੈਟਰ ਨਹੀਂ ਆਇਆ ਹੈਗਾ। ਇਹ ਸਮਝੌਤਾ ਵੀ ਹੋਇਆ, ਸਮਝੌਤੇ 'ਚ ਕੀ ਲਿਖਿਆ ਹੈ? ਇਹਨਾਂ ਦਾ ਦੋਵਾਂ ਦਾ ਹਸਬੈਂਡ ਵਾਈਫ ਦਾ ਮੈਟਰ ਸੀ ਜਗ੍ਹਾ ਨੂੰ ਲੈ ਕੇ। ਅਤੇ ਉਹ ਸਮਝੌਤੇ ਦੇ ਵਿੱਚ ਇਹਨਾਂ ਨੇ ਘਰ ਵੰਡ ਲਿਆ ਸੀਗਾ, ਹਾਫ ਕਰਕੇ ਦੋਵੇਂ ਤਰ੍ਹਾਂ ਨੇ ਘਰ ਵੰਡ ਲਿਆ ਸੀਗਾ। ਅਤੇ ਹੁਣ ਕੀ ਆ, ਹੁਣ ਜਾਣ ਨਹੀਂ ਚਾਹੁੰਦੇ ਉਹ ਇਲਜ਼ਾਮ ਲਾ ਰਹੇ ਨੇ ਸੱਪੜ ਨਾਲ ਜਿਹੜਾ ਹੈਗਾ ਹੁਣ ਜਾਰੀ ਕੀਤੇ ਵੀ ਜਿਹੜੇ ਹੈਗੇ ਵਾਈਫ ਉਹਨਾਂ ਦੇ। ਹੁਣ ਉਸ ਤੋਂ ਬਾਅਦ ਜੋ ਮੈਨੂੰ ਗੱਲ ਪਤਾ ਲੱਗੀ ਹੈ ਉਹਦੇ ਵਿੱਚ ਇਹ ਹੈ ਵੀ ਜੋ ਇਹਨਾਂ ਦਾ ਸਮਝੌਤਾ ਹੋਇਆ ਸੀਗਾ ਉਹਦੇ 'ਚ ਜਿਹੜੀ ਸਰਬਜੀਤ ਧਿਰ ਹੈ ਉਹ ਸਮਝੌਤੇ ਦੇ ਉੱਤੇ ਖਰੀ ਨਹੀਂ ਉਤਰੀ ਹੈਗੀ। ਉਹਨਾਂ ਦਾ ਉੱਥੇ ਸਮਝੌਤਾ ਟੁੱਟ ਗਿਆ। ਹੁਣ ਅੱਗੇ ਜੇ ਕੋਈ ਇੱਕ ਦੂਸਰੇ ਨਾਲ ਕੋਈ ਲੜਾਈ ਝਗੜਾ ਕਰਨਗੇ, ਆਲਰੇਡੀ ਇੱਕ FIR ਇਹਨਾਂ 'ਤੇ ਲੌਜ ਹੈਗੀ ਹੈ, ਮਤਲਬ ਕਿ ਅਕੋਰਡਿੰਗ ਟੂ ਲਾਅ ਐਕਸ਼ਨ ਲਿਆ ਜਾਊਗਾ ਜੇ ਅੱਗੇ ਕੁਛ ਕਰਨਗੇ। ਫਿਲਹਾਲ ਕੋਈ ਸਾਡੇ ਕੋਲ ਸਾਹਮਣੇ ਨਹੀਂ। ਕੋਰਟ ਦੇ ਵਿੱਚ ਇਹਨਾਂ ਦਾ ਡਾਈਵੋਰਸ ਦਾ ਮੈਟਰ ਚੱਲ ਰਿਹਾ ਹੈਗਾ। ਅਤੇ ਗੁਰਜੰਟ ਸਿੰਘ ਦੇ ਦੱਸਣ ਮੁਤਾਬਕ ਪੰਚਾਇਤ ਇਲਜ਼ਾਮ ਦੇ ਵੀ ਪੁਲਿਸ ਹੈ ਜਿਹੜੀ ਕੋਆਪਰੇਟ ਨਹੀਂ ਕਰਦੀ ਸਾਡੇ ਨਾਲ ਧੱਕਾ ਕਰ ਰਹੀ, ਕੋਈ ਇੱਦਾਂ ਦੀ ਵੀ ਗੱਲ ਸਾਹਮਣੇ ਆਈ? ਨਹੀਂ, ਇਹਦੇ 'ਚ ਮੈਨੂੰ ਕਲੀਅਰ ਕਰੋ ਥੋੜ੍ਹਾ ਜਿਹਾ ਵੀ ਪੰਚਾਇਤ ਕਿਹੜੀ ਧਿਰ ਦੀ? ਜਿਹੜੀ ਲੜਕੀ ਦੇ ਨਾਲ ਜਿਹੜੀ ਪੰਚਾਇਤ ਪਰਮਿੰਦਰ ਹੈ ਜਾਂ ਉਹਦੀ ਵਾਈਫ ਹੋਵੇ ਤੇ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੀ। ਨਹੀਂ, ਪਰਮਿੰਦਰ ਸਿੰਘ ਦਾ ਇਹਦੇ 'ਚ ਕੋਈ ਮੈਟਰ ਨਹੀਂ ਹੈਗਾ। ਪਰਮਿੰਦਰ ਸਿੰਘ 'ਤੇ ਵੀ ਸਾਡੇ ਥਾਣੇ ਦੇ ਵਿੱਚ ਪਹਿਲਾਂ ਆਲਰੇਡੀ ਪਰਚਾ ਦਰਜ ਹੈ। ਉਹ ਕਿਸੇ ਮੁਲਾਜ਼ਮ ਦੇ ਕੋਈ ਗਲਤ ਬੋਲੇ ਸੀਗੇ, ਉਦੋਂ ਉਹਨਾਂ 'ਤੇ ਪਰਚਾ ਦਰਜ ਹੈ ਪਰਮਿੰਦਰ ਸਿੰਘ 'ਤੇ। ਉਹ ਨਾਲ ਆਏ ਸੀਗੇ ਜ਼ਰੂਰ ਇਸ ਮੈਟਰ ਦੇ ਵਿੱਚ ਵੀ, ਅਤੇ ਉਹਨਾਂ ਦਾ ਕੋਈ ਮੈਟਰ ਨਹੀਂ ਹੈਗਾ। ਇਹ ਉਹ ਹੋਣ ਨਹੀਂ ਦਿੰਦੇ ਸਮਝੌਤਾ ਕੀ? ਥੋੜ੍ਹਾ ਜਿਹਾ ਪਿੰਡ ਦੇ ਵਿੱਚ ਪਾਰਟੀਬਾਜ਼ੀ ਦਾ ਮਾਹੌਲ ਹੈਗਾ ਇਹਨਾਂ ਦੇ, ਉਹਦੇ ਕਰਕੇ ਵੀ ਥੋੜ੍ਹਾ ਦੋਵੇਂ ਪਾਰਟੀਆਂ ਇਫੈਕਟ ਹੋ ਰਹੀਆਂ ਨੇ। ਬਿਲਕੁਲ ਸੱਚ। ਜੋਤਿਸ਼ ਇੱਕ ਵਿਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ।
ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕਿ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫਤ ਸੇਵਾ ਮੁਫਤ ਸਮਾਧਾਨ।